पंजाबी नैशनल टीवी देख रहे सारे दर्शकों को रणजीत सिंह सिद्धू वालों सत श्री अकाल। प्रोग्राम बियॉन्ड द हेडलाइनस सुर्खियां दे आर पार विच आप सब दा स्वागत है। अज दे प्रोग्राम विच असीं गलबात करांगे कनेडा दे रियल स्टेट खेत्र बारे। कनेडा दे विच महंगाई बहुत तेजी नाल वध रही है ते खास तौर ते घरां दी कीमत जिहड़ी है बहुत तेजी नाल वध रही है। इस तो पहलां वैनकूवर टोरंटो विच घर बहुत महंगे सन, पर हुण बाकी शहर जिवें कि कैलगरी एडमिंटन वर्गे शहरां विच भी घर जिहड़े ने बहुत महंगे हो गए ने। नवें इमीग्रेंट्स लई चिंता का विशा बनया होया है। जिन्हां ने घर हजे तक नहीं लए वो सोचां विच पए हुए ने कि घर सस्ते होणगे जां नहीं। सो अज इस संबंधी बहुत सारी गलबात करांगे। साडे स्टूडियो दे विच रियल स्टेट दे माहर कैलगरी शहर तो प्रसिद्ध रियल्टर जतिंदर चीमा जी अज साडे स्टूडियो आए ने ते अज उन्हां नाल असीं रियल स्टेट खेत्र बारे अहम गल्लां बातां करांगे। चीमा साहब प्रोग्राम दे विच जी आयां नूं। सत श्री अकाल जी। सत श्री अकाल रणजीत जी, दर्शकों के रूबरू करने लई मैनूं तुहाडा बहुत बहुत शुक्रिया जी। चीमा साहब, ये तो आप सब नूं पता है कि महंगाई जिहड़ी है बड़ी तेजी नाल वध रही है, घरां दी प्राइस भी बड़ी तेजी नाल वध रही है। पर अज दे प्रोग्राम च असीं कुछ जिहड़ा डाटा जां कुछ जिहड़े फैक्ट्स ने वो आपां सांझे करने चाहुंदे आ। सो फरवरी दे विच जिहड़ी एवरेज प्राइस कनेडा दी आई है जी, वो लगभग जे मैं गलत नहीं तो $8 लाख के करीब आई है जी। सो की प्रभाव वो चीज़ दे रही है तो किधर नूं जा रही है जी रियल स्टेट मार्केट? रणजीत जी, ਜਿਹੜੇ ਫੈਬਰਰੀ ਦੇ ਡਾਟਾਜ਼ ਆਏ ਨੇ ਹੁਣ ਰਿਲੀਜ਼ ਕੀਤੇ ਨੇ ਮਾਰਚ ਦੇ ਵਿੱਚ, ਉਹਦੇ ਵਿੱਚ ਜਿਹੜਾ ਉਹਨਾਂ ਨੇ ਤੁਸੀਂ ਜਿਵੇਂ ਅੱਗੇ ਜ਼ਿਕਰ ਕੀਤਾ ਕਿ ਕੈਨੇਡਾ ਦੇ ਵਿੱਚ ਜਿਹੜਾ ਐਵਰੇਜ ਘਰਾਂ ਦੇ ਪ੍ਰਾਈਸ ਨੇ ਜਿਹੜੇ ਰੈਜ਼ੀਡੈਂਸ਼ੀਅਲ ਦੀ ਮੈਂ ਗੱਲ ਕਰਾਂ ਤਾਂ 8,16,000 ਦੇ ਕਰੀਬ ਜਿਹੜਾ ਵਾ ਐਵਰੇਜ ਪ੍ਰਾਈਸ ਜਿਹੜਾ ਉਹ ਦਰਜ ਕੀਤਾ ਗਿਆ ਵਾ। 8,16,000 ਜੀ ਜੀ, ਜਿਹੜਾ ਕਿ ਜੇ ਆਪਾਂ ਕੰਪੈਰੀਜ਼ਨ ਕਰੀਏ ਫੈਬਰਰੀ 2021 ਤੇ ਉਹਦੇ ਮੁਕਾਬਲੇ 20% ਜਿਹੜੇ ਪ੍ਰਾਈਸ ਜਿਹੜੇ ਉਹ ਵੱਧ ਗਏ ਨੇ। ਸੋ ਸਿਰਫ ਇੱਕ ਸਾਲ 'ਚ ਕੈਨੇਡਾ ਦੀ ਜਿਹੜੀ ਘਰਾਂ ਦੀ ਐਵਰੇਜ ਪ੍ਰਾਈਸ ਉਹ 20% ਦਾ ਵਾਧਾ ਹੋ ਚੁੱਕਾ ਹੈ। ਦੱਸੋ, ਜੇ ਆਪਾਂ 20% ਨੂੰ ਕੈਲਕੂਲੇਟ ਕਰੀਏ ਤਾਂ ਇਹਦਾ ਮਤਲਬ ਸੀਗਾ ਕਿ ਫੈਬਰਰੀ 2021 ਦੇ ਵਿੱਚ ਲਗਭਗ ਜਿਹੜਾ ਐਵਰੇਜ ਪ੍ਰਾਈਸ ਸੀਗਾ ਉਹ 6,60,000 ਦੇ ਕਰੀਬ ਸੀਗਾ, ਜਿਹੜਾ ਕਿ ਹੁਣ ਵੱਧ ਕੇ 8,16,000 ਹੋ ਗਿਆ ਵਾ। ਔਰ ਇਹ ਜਿਹੜਾ ਘਰਾਂ ਦੇ ਪ੍ਰਾਈਸ ਦੇ ਵਿੱਚ ਜੋ ਆਪਾਂ ਰਣਜੀਤ ਜੀ ਵੇਖ ਰਹੇ ਹਾਂ, ਜੇ ਮੈਂ ਤੁਹਾਨੂੰ ਇਹਦਾ ਹਿਸਟੋਰੀਕਲ ਡਾਟਾ ਅਗਰ ਤੁਹਾਡੇ ਨਾਲ ਸ਼ੇਅਰ ਕਰਾਂ ਤਾਂ ਤੁਸੀਂ ਦੇਖੋਗੇ ਕਿ 2010 ਦੇ ਵਿੱਚ ਜੇਕਰ ਆਪਾਂ ਐਵਰੇਜ ਪ੍ਰਾਈਸ ਵੇਖੀਏ ਕੈਨੇਡਾ ਦੇ ਐਵਰੇਜ ਘਰਾਂ ਦਾ ਪ੍ਰਾਈਸ ਤਾਂ 3.5 ਲੱਖ ਤੋਂ ਘੱਟ ਸੀਗਾ। ਔਰ ਇਹ ਜਿਹੜਾ ਕਦੀ ਵੀ ਜਿਹੜਾ 10, 11, 12 ਔਰ 13 ਅਗਰ 4 ਸਾਲਾਂ ਦਾ ਤੁਸੀਂ ਡਾਟਾ ਕਰੋ ਤਾਂ ਇਹ 4 ਲੱਖ ਤੋਂ ਥੱਲੇ ਹੀ ਰਿਹਾ ਸੀਗਾ। ਲੇਕਿਨ ਜਿਹੜੀ ਰੀਅਲ ਪੁਸ਼ ਆਉਣੀ ਸ਼ੁਰੂ ਹੋਈ ਹੈ 2014 ਤੋਂ ਬਾਅਦ ਹੋਈ ਹੈ। 2015 ਤੋਂ ਬਾਅਦ ਲਗਾਤਾਰ ਜਿਹੜਾ ਇਹ ਘਰਾਂ ਦੇ ਪ੍ਰਾਈਸ ਜਿਹੜੇ ਰੁਕਣ ਦਾ ਨਾਂ ਨਹੀਂ ਲੈ ਰਹੇ। ਔਰ ਇਹ ਇਕੱਲੀ ਫੈਡਰਲ ਗੌਰਮੈਂਟ ਲਈ, ਪ੍ਰੋਵਿੰਸ਼ੀਅਲ ਗੌਰਮੈਂਟ, ਹਰ ਲੈਵਲ ਦੀ ਗੌਰਮੈਂਟ ਵਾਸਤੇ ਇੱਕ ਬਹੁਤ ਵੱਡੀ ਸਿਰਦਰਦੀ ਬਣ ਚੁੱਕਾ ਵਾ ਕਿ ਇਹ ਜਿਹੜੇ ਕਿਉਂਕਿ ਜਿੰਨੇ ਵੀ ਘਰਾਂ ਦੇ ਪ੍ਰਾਈਸ ਰਣਜੀਤ ਜੀ ਵੱਧ ਰਹੇ ਆ, ਇਹ ਇਹਨਾਂ ਦਾ ਫੰਡਾਮੈਂਟਲਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ। ਯਾਨੀ ਇਹ ਸਾਰੀ ਦੀ ਸਾਰੀ ਜਿਹੜੀ ਮਾਰਕੀਟ ਦੇ ਵਿੱਚ ਸਪੈਕੂਲੇਸ਼ਨ ਹੋ ਰਹੀ ਹੈ। ਸੋ ਇਸ ਚੀਜ਼ ਨੂੰ ਚੈੱਕ ਕਰਨ ਵਾਸਤੇ ਗੌਰਮੈਂਟ ਲਈ ਇੱਕ ਬੜੀ ਵੱਡੀ ਸਿਰਦਰਦੀ ਬਣ ਚੁੱਕੀ ਹੈ ਕਿ ਜਿਹੜੇ ਆਮ ਕੈਨੇਡੀਅਨ ਨੇ, ਦੇਖੋ ਜਿਹੜੇ ਸਪੈਕੂਲੇਟਰਸ ਨੇ ਦੇ ਆਰ ਰਿਚ ਪੀਪਲਸ ਜੀ, ਜਿਹੜੇ ਕਿ ਹਮੇਸ਼ਾ ਰੀਅਲ ਸਟੇਟ 'ਤੇ ਪੈਸਾ ਲਾਉਂਦੇ ਨੇ ਔਰ ਉਹਨਾਂ ਨੂੰ ਇਹ ਉਮੀਦ ਹੁੰਦੀ ਹੈ ਕਿ ਜਿਹੜੇ ਜਦੋਂ ਵੀ ਪੋਜੈਸ਼ਨ ਮਿਲੇਗੀ ਤਾਂ ਚਾਹੇ ਇਹਨੂੰ ਫਲਿੱਪਿੰਗ ਕਰ ਦਿੰਦੇ ਨੇ ਜਾਂ ਜਦੋਂ ਪ੍ਰੀ ਸੇਲ ਦੇ ਵਿੱਚ ਪੈਸਾ ਇਨਵੈਸਟ ਕਰਦੇ ਆ ਤਾਂ ਮੰਨ ਲਓ 1 ਸਾਲ ਤੋਂ ਲੈ ਕੇ ਜਿਵੇਂ ਅੱਜ ਕੱਲ੍ਹ ਜਿਹੜਾ ਬਿਲਡਰ ਆ 13 ਤੋਂ ਲੈ ਕੇ 15 ਮਹੀਨਿਆਂ ਤੱਕ ਜਿਹੜਾ ਵਾ ਉਹ ਤੁਹਾਨੂੰ ਜਿਹੜਾ ਘਰ ਰੈਡੀ ਕਰਕੇ ਦੇ ਰਿਹਾ। ਸੋ ਉਹ ਸਪੈਕੂਲੇਸ਼ਨ ਦੇ ਵਿੱਚ ਇਹ ਕਿ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਜਦੋਂ ਇਹ ਘਰ ਆਉਣਗੇ ਤਾਂ ਇਹ ਪ੍ਰਾਈਸ ਜਿਹੜੇ ਆ ਉਦੋਂ ਐਕਸੀਲਰੇਟਰ ਹੋ ਚੁੱਕੇ ਹੋਣਗੇ, ਵੱਧ ਚੁੱਕੇ ਹੋਣਗੇ। ਸੋ ਲੇਕਿਨ ਇਹ ਜਿਹੜਾ ਆਮ ਜਿਹੜਾ ਹੋਮ ਬਾਇਰ ਆ, ਜਿਹੜਾ ਜਿਵੇਂ ਕਿ ਫਸਟ ਟਾਈਮ ਹੋਮ ਬਾਇਰ ਆ, ਉਹਦੇ ਲਈ ਇੱਕ ਬੜੀ ਵੱਡੀ ਇਹ ਸਿਰਦਰਦੀ ਬਣ ਚੁੱਕਾ ਵਾ ਕਿ ਉਹ ਕਿਵੇਂ ਜਿਹੜੇ ਅੱਜ ਦੇ ਜਿਹੜੇ ਰੂਲਸ ਨੇ, ਹਾਊ ਹੀ ਕੁਆਲੀਫਾਈ ਫॉर ਦੈਟ, ਕਿ ਕਿਵੇਂ ਉਹ ਆਪਣੇ ਲਈ ਇੱਕ ਜਿਹੜਾ ਸਿਰ ਦਾ ਜਿਹੜਾ ਉੱਤੇ ਛੱਤ ਵਾ ਉਹਨੂੰ ਸਿਕਿਉਰ ਕੀਤਾ ਜਾਵੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਗੌਰਮੈਂਟ ਨੇ ਜਿਵੇਂ ਹੁਣ ਲੱਗ ਰਿਹਾ ਕਿ ਜਿਹੜੇ ਸਟੈਪਸ ਚੁੱਕੇਗੀ ਉਹਦੇ ਵਿੱਚ ਕੁਛ ਨਾ ਕੁਛ ਆਉਣ ਵਾਲੇ ਬਜਟ ਵਿੱਚ ਤੁਸੀਂ ਦੇਖੋਗੇ ਜਿਹੜਾ ਫੈਡਰਲ ਗੌਰਮੈਂਟ ਦਾ ਬਜਟ ਆ ਰਿਹਾ ਵਾ ਇਸ ਪ੍ਰਾਈਸ ਨੂੰ ਚੈੱਕ ਕਰਨ ਵਾਸਤੇ ਉਹ ਕੁਛ ਨਾ ਕੁਛ ਨਵੇਂ ਮਈਅਸ ਲਿਆ ਸਕਦੇ ਨੇ। ਠੀਕ ਹੈ ਜੀ। ਵੈਸੇ ਇਹ ਜਿਹੜੇ ਫੈਕਟਸ ਨੇ ਬੜੇ ਹੈਰਾਨੀ ਵਾਲੇ ਨੇ ਕਿ ਸਿਰਫ ਇੱਕ ਸਾਲ ਦੇ ਵਿੱਚ ਜੇਕਰ ਪਿਛਲੇ ਫਰਵਰੀ 2021 ਤੇ ਇਸ ਸਾਲ ਫਰਵਰੀ 2022 ਨੂੰ ਆਪਾਂ ਕੰਪੇਅਰ ਕਰੀਏ ਤਾਂ 20% ਦਾ ਜਿਹੜਾ ਘਰਾਂ ਦੀ ਵਿੱਚ ਐਵਰੇਜ ਪ੍ਰਾਈਸ। ਇੱਕ ਹੋਰ ਫੈਕਟ ਦੇਖੋ ਕਿ ਇਹ ਘਰ ਇਹਦੀ ਐਵਰੇਜ ਪ੍ਰਾਈਸ ਤੁਹਾਨੂੰ ਪਤਾ ਕਿ ਸਾਰੇ ਘਰਾਂ ਨੂੰ ਵਿੱਚ ਮਿਲਾ ਕੇ ਐਵਰੇਜ ਨਿਕਲਦੀ ਹੈ। ਜੇਕਰ ਐਵਰੇਜ ਪ੍ਰਾਈਸ 8 ਲੱਖ ਦੇ 16,000 ਦੇ ਕਰੀਬ ਹੈ ਤੇ ਜਿਹੜੀ ਮਹਿੰਗੇ ਘਰ ਨੇ ਉਹ ਕਿੰਨੇ ਕਿ ਜ਼ਿਆਦਾ ਮਹਿੰਗੇ ਹੋ ਗਏ ਹੋਣਗੇ ਜੀ। ਨਾਲੇ ਦੂਸਰੀ ਚੀਮਾ ਸਾਹਿਬ ਗੱਲ ਇਹ ਹੈ ਕਿ ਕੋਵਿਡ ਦੇ ਟਾਈਮ ਦੇ ਵਿੱਚ ਆਪਾਂ ਲੰਘ ਰਹੇ ਪਿਛਲੇ 2 ਸਾਲ ਦੇ ਵਿੱਚੋਂ। ਸੋ ਜੇਕਰ ਕੋਵਿਡ ਜਦੋਂ ਕਿ ਸਾਰੀ ਦੁਨੀਆ ਹੀ ਇੱਕ ਕਿਸਮ ਦੀ ਖੜੀ ਹੋ ਗਈ ਜੀ, ਹਰ ਪਾਸੇ ਜਿਹੜਾ ਕਈ ਕੰਮ ਜਿਹੜੇ ਨੇ ਗਿਰਾਵਟ ਵੱਲ ਨੂੰ ਜਾ ਰਹੇ ਨੇ, ਉਸ ਸਮੇਂ ਦੇ ਵਿੱਚ ਜੇਕਰ ਕੀਮਤ ਜਿਹੜੀ ਆ ਉਹ 20% ਵਧੀ ਹੈ ਤਾਂ ਜੇਕਰ ਨੋਰਮਲ ਕੰਡੀਸ਼ਨਸ ਹੋਣਗੀਆਂ ਤਾਂ ਫਿਰ ਵਾਧਾ ਕਿੰਨਾ ਹੋ ਸਕਦਾ ਹੈ ਜੀ?
ਦੇਖੋ ਰਣਜੀਤ ਜੀ, ਇਹਦੇ ਵਿੱਚ ਜਿਹੜਾ ਪੈਂਡੈਮਿਕ ਦਾ ਜੇ ਆਪਾਂ ਹਿਸਟੋਰੀਕਲੀ ਵੇਖੀਏ ਤਾਂ ਪੈਂਡੈਮਿਕ ਦਾ ਉਲਟ ਅਸਰ ਹੋਇਆ ਵਾ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਹ ਕੋਵਿਡ-19 ਦਾ ਪ੍ਰਕੋਪ ਸ਼ੁਰੂ ਹੋਇਆ ਸੀ ਤਾਂ ਕੈਨੇਡਾ ਮੌਰਗੇਜ ਹਾਊਸਿੰਗ ਕਾਰਪੋਰੇਸ਼ਨ, ਜਿਹੜੀ ਕਿ ਰੀਅਲ estate ਦੇ ਵਿੱਚ ਘਰਾਂ ਨਾਲ ਜੁੜੀ ਹੋਈ ਕਰਾਊਨ ਕਾਰਪੋਰੇਸ਼ਨ ਹੈ ਫੈਡਰਲ ਗੌਰਨਮੈਂਟ ਦੀ, ਉਹਨਾਂ ਨੇ ਇੱਕ ਪ੍ਰੈਡਿਕਸ਼ਨ ਕੀਤੀ ਸੀ ਕਿ ਘਰਾਂ ਦੇ ਪ੍ਰਾਈਸ ਵਿੱਚ ਕਰੈਕਸ਼ਨ ਆਏਗੀ, ਯਾਨੀ ਕਿ ਡਬਲ ਡਿਜਿਟ ਘਰ ਜਿਹੜੇ ਆ ਉਹ ਡਿੱਗ ਪੈਣਗੇ। ਲੇਕਿਨ ਹੋਇਆ ਉਸ ਦੇ ਉਲਟ ਸੀਗਾ। ਉਹਦਾ ਰੀਜ਼ਨ ਇਹੀ ਹੋਇਆ ਸੀ ਕਿ ਜਦੋਂ ਫੈਡਰਲ ਗੌਰਨਮੈਂਟ ਨੇ ਜਿਹੜੀ ਇਕੋਨਮੀ ਨੂੰ ਪੁਸ਼ ਦੇਣ ਵਾਸਤੇ ਜਿਹੜਾ ਲੋਕਾਂ ਨੂੰ ਪੈਸੇ ਦਿੱਤੇ, ਜਿਵੇਂ ਸਰਵ ਦੇ ਰੂਪ 'ਚ ਦਿੱਤੇ ਜਾਂ ਐਮਪਲਾਇਰ ਨੂੰ ਵੇਜ ਸਬਸਿਡੀ ਦਿੱਤੀ ਗਈ, ਸੋ ਉਹਦੇ ਕਰਕੇ ਕੀ ਹੋਇਆ, ਜਿਹੜੀਆਂ ਰਿਕਾਰਡ ਸੇਵਿੰਗਸ ਲੋਕਾਂ ਦੇ ਕੋਲ ਆ ਗਈਆਂ। ਤਾਂ ਉਹਦਾ ਜਿਹੜਾ ਜੋ ਕਿ ਮਾਹਿਰ ਇਹ ਸੋਚ ਰਹੇ ਸੀ ਕਿ ਘਰਾਂ ਦੇ ਪ੍ਰਾਈਸ ਡਿੱਗਣਗੇ, ਲੇਕਿਨ ਜਦੋਂ ਬਾਕੀ ਐਕਟੀਵਿਟੀ ਸਾਰੀਆਂ ਬੰਦ ਹੋ ਚੁੱਕੀਆਂ ਸੀ, ਜਿਵੇਂ ਲੋਕਾਂ ਦੀਆਂ ਪਾਰਟੀਆਂ ਬੰਦ ਹੋ ਗਈਆਂ, ਲੋਕਾਂ ਦੀ ਟਰੈਵਲਿੰਗ ਬੰਦ ਹੋ ਗਈ, ਹੋਰ ਬਾਕੀ ਸਾਰੀਆਂ ਚੀਜ਼ਾਂ ਜਦੋਂ ਬੰਦ ਹੋ ਗਈਆਂ ਤਾਂ ਲੋਕਾਂ ਕੋਲ ਜਿਹੜੀ ਸੇਵਿੰਗਸ ਪਈ ਸੀ, ਲੋਕਾਂ ਦਾ ਇੱਕਦਮ ਸੋਚਿਆ ਕਿ ਇਹ ਸੇਵਿੰਗ ਨੂੰ ਕਿਉਂ ਨਾ ਆਪਾਂ ਰੀਅਲ estate ਦੇ ਵਿੱਚ ਇਨਵੈਸਟ ਕੀਤਾ ਜਾਵੇ। ਸੋ ਰੀਅਲ ਪੁਸ਼ ਜਿਹੜੀ ਆਈ ਆ ਉਹ ਜਿਹੜੀ ਲੋਕਾਂ ਕੋਲ ਰਿਕਾਰਡ ਸੇਵਿੰਗ ਸੀਗੀ। ਇੱਕ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਜਿਹੜੀ ਫਿਗਰ ਹੈ ਕਿ ਔਨ ਐਨ ਐਵਰੇਜ ਜਦੋਂ ਇਹ ਕੋਵਿਡ ਚੱਲ ਰਿਹਾ ਸੀਗਾ ਤਾਂ ਇੱਕ ਫਿਗਰ ਕੋਟ ਕੀਤੀ ਗਈ ਸੀ ਕਿ ਆਮ ਜਿਹੜੇ ਓਵਰਆਲ ਕੈਨੇਡੀਅਨਸ ਕੋਲ ਇਸ ਵੇਲੇ ਲਗਭਗ 220 ਬਿਲੀਅਨ ਦੇ ਕਰੀਬ ਜਿਹੜਾ ਹਾਰਡ ਕੈਸ਼ ਬੈਂਕਾਂ ਦੇ ਵਿੱਚ ਪਿਆ ਵਾ। ਸੋ ਉਹ ਜਿਹੜਾ ਸਾਰਾ ਕੈਸ਼ ਸੀਗਾ ਉਹ ਰੀਅਲ estate ਦੇ ਵਿੱਚ ਕਨਵਰਟ ਕੀਤਾ ਗਿਆ, ਜਿਹਦੇ ਕਰਕੇ ਜਿਹੜੇ ਘਰ ਪ੍ਰਾਈਸ ਸੀਗੇ ਉਹ ਵੱਧ ਗਏ। ਲੇਕਿਨ ਹੁਣ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੈਂਡੈਮਿਕ ਦਾ ਹੌਲੀ ਹੌਲੀ ਅਸਰ ਜਿਹੜਾ ਖਤਮ ਹੋ ਗਿਆ, ਰਿਸਟ੍ਰਿਕਸ਼ਨ ਜਿਹੜੀਆਂ ਨੇ ਘਟਾ ਦਿੱਤੀਆਂ, ਤੁਸੀਂ ਹੁਣ ਦੇਖ ਰਹੇ ਹੋਗੇ ਲੋਕਾਂ ਦਾ ਧਿਆਨ ਜਿਹੜਾ ਵਾ ਰੀਅਲ estate ਤੋਂ ਘਟ ਕੇ ਹੁਣ ਲੋਕੀ ਟਰੈਵਲਿੰਗ ਵੱਲ ਜਾ ਰਹੇ ਨੇ। ਲੇਕਿਨ ਹੁਣ ਦੂਜੀ ਗੱਲ ਇਹ ਹੈ ਕਿ ਇਸ ਵੇਲੇ ਜਿਹੜਾ ਇੱਕ ਸੈਕਿੰਡ ਜਿਹੜਾ ਲੋਕਾਂ ਦੇ ਜਿਹੜਾ ਸਾਰੀਆਂ ਹਰ ਲੈਵਲ ਦੀ ਗੌਰਮੈਂਟ ਵਾਸਤੇ ਔਰ ਆਮ ਲੋਕਾਂ ਵਾਸਤੇ ਜਿਹੜਾ ਸਭ ਤੋਂ ਵੱਡੀ ਅਗਲੀ ਇਨਫਲੇਸ਼ਨ ਆ ਗਈ ਹੈ। ਕਿਉਂਕਿ ਹੁਣ ਆਪਾਂ ਦੋ ਪੈਂਡੈਮਿਕਸ ਨਾਲ ਡੀਲ ਕਰ ਰਹੇ ਹਾਂ। ਇੱਕ ਤਾਂ ਹੈਗੀ ਆ ਜਿਹੜੀ ਆ ਇਨਫਲੇਸ਼ਨ, ਇੱਕ ਤਾਂ ਪਹਿਲਾਂ ਹੀ ਪੈਂਡੈਮਿਕ ਦੇ ਵਿੱਚ ਅੱਜ ਵੀ ਜਿਵੇਂ ਤੁਸੀਂ ਦੇਖੋ ਕਿ ਚਾਈਨਾ ਦੀ ਨਿਊਜ਼ ਆ ਰਹੀ ਹੈ ਕਿ ਦੁਬਾਰਾ ਫਿਰ ਜਿਹੜੇ ਕੇਸਿਸ ਨੇ ਜਿਹੜੇ ਉਹ ਵਧਣੇ ਸ਼ੁਰੂ ਹੋ ਗਏ ਨੇ, ਜਿਹਦੇ ਵਿੱਚ ਹੁਣ ਚਾਈਨਾ ਦੀ ਹੁਣ ਲੇਟੈਸਟ ਖਬਰ ਆਈ ਕਿ ਉਹਨਾਂ ਦਾ ਸ਼ੈਨਜ਼ਨ ਇੱਕ ਸ਼ਹਿਰ ਹੈਗਾ ਜਿਹੜਾ ਉਹਨਾਂ ਨੇ ਲੋਕਡਾਊਨ ਕੀਤਾ ਹੋਇਆ ਵਾ। ਸੋ ਇਹ ਸਾਰੀਆਂ ਚੀਜ਼ਾਂ ਕਰਕੇ ਕੀ ਹੋਏਗਾ ਕਿ ਇਹਦੇ ਜਿਹੜੇ ਦੇਖੋ ਅੱਜ ਵੀ ਜਿਹੜਾ ਚਾਈਨਾ ਵਾ ਮੈਨੂਫੈਕਚਰਿੰਗ ਦੇ ਵਿੱਚ ਦੇਖੋ ਵਰਲਡ ਦੀ 1/3 ਮੈਨੂਫੈਕਚਰਿੰਗ ਜਿਹੜੀ ਉਹ ਚਾਈਨਾ 'ਚ ਹੁੰਦੀ ਆ। ਲੇਕਿਨ ਜਿਹੜੀਆਂ ਪਹਿਲਾਂ ਹੀ ਕੋਵਿਡ ਕਰਕੇ ਜਿਹੜੀਆਂ ਸਪਲਾਈ ਬੋਟਲਨੈਕਸ, ਜਿਹੜੀਆਂ ਰਿਸਟ੍ਰਿਕਸ਼ਨ ਸੀਗੀਆਂ, ਸਪਲਾਈ ਆ ਨਹੀਂ ਸੀ ਰਹੀ। ਲੇਕਿਨ ਹੁਣ ਜਿਹੜੇ ਕੋਵਿਡ ਕਰਕੇ ਜਿਹੜੀ ਉਹਨਾਂ ਦੀ ਮੇਨ ਬੰਦਰਗਾਹ ਜਿਹੜੀ ਉਹਨਾਂ ਨੇ ਬੰਦ ਕਰ ਦਿੱਤੀ ਆ, ਉਹਦੇ ਕਰਕੇ ਲੱਗ ਰਿਹਾ ਕਿ ਜਿਹੜੀਆਂ ਸਪਲਾਈਜ਼ ਦੇ ਵਿੱਚ ਹੋਰ ਪ੍ਰੋਬਲਮ ਜਿਹੜੀਆਂ ਵੱਧ ਜਾਣਗੀਆਂ। ਸੋ ਘਰਾਂ ਦੇ ਪ੍ਰਾਈਸ ਜਿਹੜੇ ਘਟਣ ਦੀ ਬਜਾਏ ਆਉਣ ਵਾਲੇ ਟਾਈਮ ਦੇ ਵਿੱਚ ਹੋ ਸਕਦਾ ਕਿ ਹੋਰ ਵੱਧ ਜਾਣ, ਕਿਉਂਕਿ ਜਦੋਂ ਡਿਮਾਂਡ ਜ਼ਿਆਦਾ, ਕਿਉਂਕਿ ਵੇਖੋ ਸਿੱਧੂ ਸਾਹਿਬ ਜਿਹੜਾ ਘਰਾਂ ਦੇ ਪ੍ਰਾਈਸ ਵਧਣ ਦਾ ਸਭ ਤੋਂ ਵੱਡਾ ਰੀਜ਼ਨ ਹੈਗਾ ਵਾ there is more demand but there is less supply। ਸੋ ਜਦੋਂ ਤੱਕ ਸਪਲਾਈ ਪੂਰੀ ਨਹੀਂ ਹੁੰਦੀ ਔਰ ਜਦੋਂ ਤੱਕ ਜਿਹੜੀ ਬੋਰੋਇੰਗ ਜਿਹੜੀ ਹੈਗੀ ਆ ਉਹ ਘੱਟ ਰੇਟ ਉੱਤੇ ਅਵੇਲੇਬਲ ਹੈ ਤਾਂ ਇਹ ਘਰਾਂ ਦੇ ਜਿਹੜੇ ਪ੍ਰਾਈਸ ਆ ਫਿਊਚਰ ਦੇ ਵਿੱਚ ਵੀ ਲੱਗ ਨਹੀਂ ਰਿਹਾ ਕਿ ਇਹ ਪ੍ਰਾਈਸ ਜਿਹੜੇ ਕਦੀ ਘਟਣ ਵਾਲੇ ਪਾਸੇ ਮੁੜ ਸਕਦੇ ਆ। ਸੋ ਬੜੇ ਇੰਟਰਸਟਿੰਗ ਜਿਹੜੇ ਨੇ ਫੈਕਟ ਨੇ ਘਰਾਂ ਦੀ ਪ੍ਰਾਈਸਿਸ ਦੇ ਵਿੱਚ, ਕਿਉਂਕਿ ਕਈ ਜਿਹੜੇ ਮਾਹਰ ਨੇ ਉਹ ਕਹਿ ਰਹੇ ਨੇ ਜੀ ਕਿ ਇਹ ਬਬਲ ਹੈ, ਇਹ ਬਹੁਤ ਜਲਦੀ ਫਟ ਜਾਏਗਾ, ਘਰਾਂ ਦੀ ਪ੍ਰਾਈਸ ਘਟ ਜਾਏਗੀ। ਕੁਛ ਮਾਹਰ ਨੇ ਉਹ ਕਹਿ ਰਹੇ ਨੇ ਜੀ ਕਿ ਨਹੀਂ, ਇਹ ਘਰਾਂ ਦੀਆਂ ਪ੍ਰਾਈਸਾਂ ਇਸ ਤੋਂ ਵੀ ਮਹਿੰਗੀਆਂ ਹੋ ਜਾਣਗੀਆਂ। ਸੋ ਇਹ ਆਮ ਲੋਕਾਂ ਨੂੰ ਹੋਰ ਵੀ ਕਨਫਿਊਜ਼ ਜਿਹੜਾ ਹੈ ਇਹ ਕਰ ਰਹੇ ਨੇ ਐਕਸਪਰਟਸ ਕਿ ਕੀ ਹੋਏਗਾ ਜੀ। ਅਸਲੀ ਸਥਿਤੀ ਤਾਂ ਮੈਂ ਕਹਿ ਸਕਦਾ ਕਿ ਕਿਸੇ ਨੂੰ ਵੀ ਨਹੀਂ ਪਤਾ, ਕਿਉਂਕਿ ਸਾਰੇ ਕਿਆਸੇ ਹੀ ਜਿਹੜੇ ਨੇ ਉਹ ਲਾ ਰਹੇ ਨੇ। ਕਿੱਧਰ ਨੂੰ ਮਾਰਕੀਟ ਜਾਏਗੀ ਇਹਦੇ ਬਾਰੇ ਪੱਕੇ ਤੌਰ 'ਤੇ ਕੁਛ ਨਹੀਂ ਕਿਹਾ ਜਾ ਸਕਦਾ। ਬਹੁਤ ਜ਼ਿਆਦਾ ਹੌਟ ਮਾਰਕੀਟ ਹੈ, ਭਾਵੇਂ ਕਿ ਕੋਵਿਡ ਕਰਕੇ, ਕਿਉਂਕਿ ਜਿਹੜੀ ਬੈਂਕ ਆਫ ਕੈਨੇਡਾ ਸੀ ਉਹ ਇੰਟਰਸਟ ਰੇਟ ਪਿਛਲੇ ਲੰਬੇ ਸਮੇਂ ਤੋਂ ਲਗਭਗ 2 ਸਾਲ ਤੋਂ ਨਹੀਂ ਸੀ ਵਧਾ ਰਹੀ, ਕਿਉਂਕਿ ਉਹਨਾਂ ਨੂੰ ਸੀਗਾ ਕਿ ਕਾਰੋਬਾਰਾਂ 'ਚ ਬਿਜ਼ਨਸਿਸ ਦੇ ਵਿੱਚ ਕੁਝ ਵਾਧਾ ਹੋਵੇ, ਲੋਕਾਂ ਨੂੰ ਥੋੜ੍ਹੀ ਜਿਹੀ ਰਾਹਤ ਮਿਲੇ। ਸੋ ਇੰਟਰਸਟ ਰੇਟ ਜਿਹੜਾ ਹੈ ਉਹ ਬਹੁਤ ਘੱਟ, ਰਿਕਾਰਡ ਘੱਟ ਜਿਹੜਾ ਕਹਿ ਸਕਦੇ ਹਾਂ ਕੋਵਿਡ ਟਾਈਮ 'ਚ ਰੱਖਿਆ ਗਿਆ। ਅਤੇ ਬਹੁਤ ਜ਼ਿਆਦਾ ਜਦੋਂ ਘਰਾਂ ਦੀ ਜਿਹੜੀਆਂ ਕੀਮਤਾਂ ਵਧਣ ਲੱਗ ਪਈਆਂ ਅਤੇ ਉਸ ਮਾਰਕੀਟ ਨੂੰ ਠੱਲਣ ਦੇ ਲਈ ਪਿਛਲੇ ਦਿਨੀ ਥੋੜ੍ਹਾ ਜਿਹਾ ਇੰਟਰਸਟ ਰੇਟ ਵਾਧਾ ਕੀਤਾ ਗਿਆ ਹੈ। ਅਤੇ ਉਹਦੇ 'ਤੇ ਵੀ ਜਿਹੜੇ ਐਕਸਪਰਟਸ ਕਹਿ ਰਹੇ ਨੇ ਕਿ ਉਹ ਵਾਧਾ ਜਿਹੜਾ ਹੈ ਬੜੀ ਦੇਰੀ ਨਾਲ ਕੀਤਾ ਗਿਆ ਹੈ ਅਤੇ ਉਹ ਵਾਧਾ ਇੰਨਾ ਜ਼ਿਆਦਾ ਨਹੀਂ ਕੀਤਾ ਗਿਆ ਕਿ ਮਾਰਕੀਟ ਨੂੰ ਠੰਡਾ ਕੀਤਾ ਜਾ ਸਕੇ। ਤੁਸੀਂ ਕੀ ਕਹਿਣਾ ਚਾਹੋਗੇ? ਸਿੱਧੂ ਸਾਹਿਬ ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜਾ ਬੈਂਕ ਆਫ ਕੈਨੇਡਾ ਨੇ, ਤੁਹਾਨੂੰ ਯਾਦ ਹੋਊਗਾ ਕਿ ਮਾਰਚ ਦੇ ਵਿੱਚ ਜਿਹੜਾ 0.25% ਜਿਹੜਾ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਵਧਾਇਆ ਵਾ ਜੀ, ਉਹਦੇ ਉੱਤੇ ਹੁਣ ਜਿਹੜੀ ਉਹਦਾ ਪ੍ਰਤੀਕਰਮ ਜਿਹੜਾ ਅਲੱਗ-ਅਲੱਗ ਜਿਹੜੇ ਇਕੋਨਮੀ ਦੇ ਮਾਹਰ ਨੇ ਉਹ ਕਹਿ ਰਹੇ ਨੇ ਕਿ ਇਹ ਵਾਧਾ ਜਿਹੜਾ ਵਾ ਬਹੁਤ ਘੱਟ ਔਰ ਦੇਰ ਨਾਲ ਕੀਤਾ ਗਿਆ ਵਾ। ਉਹਦਾ ਰੀਜ਼ਨ ਇਹ ਹੈ ਕਿ ਉਹ ਇਹਨੂੰ ਇਨਫਲੇਸ਼ਨ ਨਾਲ ਜੋੜ ਕੇ ਦੇਖ ਰਹੇ, ਕਿਉਂਕਿ
ਬੈਂਕ ਆਫ ਕੈਨੇਡਾ ਸ਼ੁਰੂ ਤੋਂ ਇਹ ਕਹਿ ਰਿਹਾ ਸੀਗਾ, ਕਿਉਂਕਿ ਜਿਹੜਾ ਬੈਂਕ ਆਫ ਕੈਨੇਡਾ ਦਾ ਇਨਫਲੇਸ਼ਨ ਦਾ ਟਾਰਗੇਟ ਹੁੰਦਾ ਉਹ ਹਮੇਸ਼ਾ 1 to 3% ਹੁੰਦਾ ਵਾ ਜੀ, ਯਾਨੀ ਕਿ ਉਹ ਜਿਹੜਾ ਅਗਰ ਆਪਾਂ ਦਾ ਮਿਡ ਪੁਆਇੰਟ ਵੇਖੀਏ ਤਾਂ 2% ਬਣਦਾ। ਸੋ ਬੈਂਕ ਆਫ ਕੈਨੇਡਾ ਦਾ ਹਮੇਸ਼ਾ ਇਹ ਕੋਸ਼ਿਸ਼ ਹੁੰਦੀ ਹੈ ਕਿ ਜਿਹੜੀ ਇਨਫਲੇਸ਼ਨ ਆ 2 ਦੇ ਆਸ-ਪਾਸ ਰਹੇ। ਲੇਕਿਨ ਬੜੀ ਇੱਕ ਜਿਹੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਬੈਂਕ ਆਫ ਕੈਨੇਡਾ ਪਿਛਲੇ 18 ਮਹੀਨਿਆਂ ਤੋਂ ਜਿੰਨੀਆਂ ਵੀ ਪ੍ਰੋਜੈਕਸ਼ਨਸ ਇਨਫਲੇਸ਼ਨ ਦੀਆਂ ਕਰ ਰਿਹਾ ਵਾ ਉਹ ਹਰ ਪ੍ਰੋਜੈਕਸ਼ਨ ਦੇ ਵਿੱਚ ਫੇਲ ਹੋ ਰਿਹਾ ਵਾ। ਯਾਨੀ ਕਿ ਮੈਂ ਤੁਹਾਨੂੰ ਇਸ ਸਾਲ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਦਾ ਇਹ ਸੀਗਾ ਕਿ ਜਿਹੜਾ ਪਹਿਲੇ ਕੁਆਟਰ ਦੇ ਵਿੱਚ ਜਿਹੜਾ ਐਸਾ ਕਰੰਟ ਈਅਰ 2022 ਚੱਲ ਰਿਹਾ ਵਾ, ਉਹਨਾਂ ਦਾ ਇਹ ਕਹਿਣਾ ਸੀ ਕਿ ਇਨਫਲੇਸ਼ਨ ਜਿਹੜੀ ਆ 5.1 ਐਵਰੇਜ ਰਹੇਗੀ, 5.1%। ਲੇਕਿਨ ਜੇ ਤੁਸੀਂ ਜਾਣਦੇ ਹੋ ਕਿ ਜਨਵਰੀ ਦੇ ਵਿੱਚ ਇਨਫਲੇਸ਼ਨ 5.1 ਸੀ, ਔਰ ਜਿਵੇਂ ਹੁਣ ਆਪਾਂ ਜ਼ਿਕਰ ਕੀਤਾ ਕਿ ਜਿਹੜੀ ਫੈਬਰਰੀ ਦੀ ਉਹ 5.7% ਆਈ ਹੈ। ਜੇ ਆਪਾਂ ਦੋਨਾਂ ਦੀ ਐਵਰੇਜ ਕੱਢ ਲਈਏ ਤਾਂ 5.4 ਬਣਦੀ ਹੈ ਜੀ। ਸੋ ਜਿਹੜੇ ਵੀ ਇਨਫਲੇਸ਼ਨ ਦੇ ਮਾਹਿਰ ਨੇ ਉਹਨਾਂ ਦਾ ਇਹ ਕਹਿਣਾ ਕਿ ਜਦੋਂ ਇਨਫਲੇਸ਼ਨ ਵਰਟੀਕਲੀ ਉੱਪਰ ਨੂੰ ਜਾਂਦੀ ਹੈ, ਯਾਨੀ ਕਿ ਬਹੁਤ ਤੇਜ਼ੀ ਨਾਲ ਵੱਧਦੀ ਹੈ, ਤਾਂ ਅਗਰ ਬੈਂਕ ਕੋਈ ਵੀ ਸੈਂਟਰਲ ਬੈਂਕ ਅਗਰ ਆਪਣੇ ਜਿਹੜੇ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਉਹ ਦੇਰ ਨਾਲ ਘਟਾਉਂਦਾ ਵਾ ਤਾਂ ਉਸ ਇਨਫਲੇਸ਼ਨ ਨੂੰ ਦੁਬਾਰਾ ਕੰਟਰੋਲ ਕਰਨਾ ਜਿਹੜਾ ਉਹਦੇ ਲਈ ਬੜਾ ਔਖਾ ਹੋ ਜਾਂਦਾ। ਤੇ ਇਸ ਕਰਕੇ ਇਹ ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜਾ ਅਪ੍ਰੈਲ ਦੇ ਵਿੱਚ ਅਗਲੀ ਮੀਟਿੰਗ ਜਿਹੜੀ ਬੈਂਕ ਆਫ ਕੈਨੇਡਾ ਦੀ ਹੋਏਗੀ ਉਹਦੇ ਵਿੱਚ ਹੋ ਸਕਦਾ, ਕੁਝ ਇਕਨੋਮਿਸਟ ਦਾ ਤਾਂ ਇਹ ਕਹਿਣਾ ਵਾ ਕਿ 1/4% ਹੀ ਫਿਰ ਵਧੇਗਾ, ਲੇਕਿਨ ਬਹੁਤੇ ਲੋਕਾਂ ਦਾ ਮੈਜੋਰਟੀ ਦਾ ਇਹ ਕਹਿਣਾ ਕਿ ਇਸ ਵਾਰੀ 0.5% ਜਿਹੜਾ ਵਾ ਉਹ ਰੇਟ ਵੱਧ ਸਕਦਾ ਵਾ। ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਜੇ ਅਗਰ ਇਨਫਲੇਸ਼ਨ ਇਸੇ ਤਰ੍ਹਾਂ ਕੰਟਰੋਲ 'ਚ ਨਹੀਂ ਆਉਂਦੀ ਤਾਂ ਲਗਭਗ ਅਗਲੇ 18 ਤੋਂ ਲੈ ਕੇ 24 ਮਹੀਨਿਆਂ ਵਿੱਚ ਲਗਾਤਾਰ ਜਿਹੜਾ ਵਾ ਤੁਹਾਡਾ ਤੁਸੀਂ ਦੇਖੋਗੇ ਕਿ ਓਵਰਨਾਈਟ ਲੈਂਡਿੰਗ ਰੇਟ ਬੈਂਕ ਆਫ ਕੈਨੇਡਾ ਵਧਾਉਂਦਾ ਜਾਏਗਾ ਜਦੋਂ ਤੱਕ ਕਿ ਉਹਦਾ ਇਨਫਲੇਸ਼ਨ ਟਾਰਗੇਟ 2% ਤੇ ਨਹੀਂ ਪਹੁੰਚਦਾ। ਜੀ, ਜਿਵੇਂ ਤੁਸੀਂ ਇਨਫਲੇਸ਼ਨ ਦੀ ਗੱਲ ਕੀਤੀ ਆ 5.7, ਇਹ ਵੀ ਪਤਾ ਲੱਗਾ ਜੀ ਕਿ ਇਹ ਵੀ ਰਿਕਾਰਡ ਵਾਧਾ ਹੈ ਜੀ, ਪਿਛਲੇ ਕਈ ਸਾਲਾਂ ਦੇ ਕੰਪੈਰੀਜ਼ਨ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਵਾਧਾ ਹੋਇਆ ਹੈ। ਸੋ ਮਹਿੰਗਾਈ ਜਿਹੜੀ ਹੈ ਇਸ ਹੱਦ ਤੱਕ ਵੱਧ ਚੁੱਕੀ ਹੈ ਕਿ ਜਿਹੜੀ ਪਰਸੈਂਟੇਜ ਰਿਕਾਰਡ ਹੀ ਤੋੜੀ ਜਾ ਰਹੀ ਹੈ ਜੀ ਸਾਰੀ। ਬਿਲਕੁਲ ਜੀ, ਜਿਹੜਾ ਸਿੱਧੂ ਸਾਹਿਬ ਕੱਲਾ ਕੈਨੇਡਾ ਨਹੀਂ, ਵਰਲਡ ਦੇ ਹਰ ਕੰਟਰੀ ਜਿਹੜਾ ਇਸ ਵੇਲੇ ਇਨਫਲੇਸ਼ਨ ਦੇ ਨਾਲ ਜਿਹੜਾ ਉਹ ਲੜ ਰਿਹਾ ਵਾ। ਅਗਰ ਆਪਾਂ USA ਦੀ ਆਪਣੇ ਗੁਆਂਢੀ ਮੁਲਕ ਦੀ ਗੱਲ ਕਰੀਏ ਤਾਂ ਉੱਥੇ ਇਨਫਲੇਸ਼ਨ ਜਿਹੜੀ 7% ਤੋਂ ਵੀ ਜਿਹੜੀ ਉਹ ਕ੍ਰਾਸ ਕਰ ਗਈ ਹੈ, ਔਰ ਉੱਥੋਂ ਦੇ ਜਿਹੜੇ ਇਕਨੋਮਿਸਟ ਨੇ ਉਹਨਾਂ ਦਾ ਕਹਿਣਾ ਕਿ ਇਹ ਵੈਰੀ ਸੂਨ ਜਿਹੜੀ ਹੈ ਡਬਲ ਡਿਜਿਟ ਨੂੰ ਵੀ ਟੱਚ ਕਰ ਸਕਦੀ ਹੈ। ਅਗਰ ਦੇਖੋ ਜੇ ਸਾਡੇ ਗੁਆਂਢੀ ਮੁਲਕ ਦੇ ਵਿੱਚ ਅਗਰ ਡਬਲ ਡਿਜਿਟ ਨੂੰ ਟੱਚ ਕਰਦੀ ਤਾਂ ਆਪਾਂ ਉਹ ਤੋਂ ਜਿਹੜੇ ਆ ਵੱਖਰੇ ਨਹੀਂ ਹੋ ਸਕਦੇ। ਸੋ ਆਉਣ ਵਾਲੇ ਟਾਈਮ 'ਚ ਲੱਗ ਰਿਹਾ ਵਾ ਕਿ ਇਨਫਲੇਸ਼ਨ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਹੀ ਵੱਧਦੀ ਰਹੇਗੀ। ਉਹਦਾ ਰੀਜ਼ਨ ਇਹ ਹੈ ਕਿ ਜਿਹੜੀ ਆ ਯੂਕਰੇਨ ਦੀ ਵਾਰ ਹੈ, ਇੰਨੇ ਇਨਫਲੇਸ਼ਨ ਦੇ ਵਿੱਚ ਹੋਰ ਜ਼ਿਆਦਾ ਆਉਣ ਵਾਲੇ ਦਿਨਾਂ ਦੇ ਵਿੱਚ ਵਾਧਾ ਹੋਏਗਾ। ਉਹਦਾ ਰੀਜ਼ਨ ਹੈ ਕਿ એનર્ਜੀ ਦੇ ਪ੍ਰਾਈਸਿਸ ਜਿਹੜੇ ਇਸ ਵੇਲੇ ਰਿਕਾਰਡ ਤੋੜ ਗਏ ਨੇ। ਜਿਹੜਾ ਕਰੂਡ ਦੇ ਪ੍ਰਾਈਸਿਸ ਨੇ, ਤੁਹਾਨੂੰ ਯਾਦ ਹੋਊਗਾ ਕਿ ਜਦੋਂ ਵਾਰ ਸਟਾਰਟ ਹੋਈ ਹੈ ਜਨਵਰੀ ਐਂਡ ਦੇ ਵਿੱਚ, ਕਿਉਂਕਿ ਅਜੇ ਤੱਕ ਆਪਾਂ ਮਾਰਚ ਦੇ ਜਿਹੜੇ ਇਨਫਲੇਸ਼ਨ ਡਾਟਾ ਜਦੋਂ ਮਾਰਚ ਖਤਮ ਹੋਏਗਾ ਉਦੋਂ ਆਉਣਗੇ, ਕਿਉਂਕਿ ਫੈਬਰਰੀ ਦੇ ਐਂਡ ਦੇ ਵਿੱਚ ਅਟੈਕ ਕੀਤਾ ਗਿਆ ਸੀਗਾ ਔਰ ਜਿਹੜੇ એનર્ਜੀ ਦੇ ਪ੍ਰਾਈਸਿਸ ਉਹ ਮਾਰਚ ਵਿੱਚ ਵਧੇ ਨੇ। ਸੋ ਤੁਸੀਂ ਦੇਖੋ ਕਿ ਗੈਸ ਸਟੇਸ਼ਨਾਂ ਜਿਹੜੀ ਆਪਾਂ ਅੱਜ ਗੈਸ ਪਵਾ ਰਹੇ ਹਾਂ, ਜੇ ਆਪਾਂ ਕੈਲਗਰੀ ਦੀ ਗੱਲ ਕਰੀਏ ਤਾਂ 167.6 ਦੇ ਕਰੀਬ ਅੱਜ ਦਾ ਰੇਟ ਜਿਹੜਾ ਇੰਨਾ ਹੈ ਜੀ। ਲੇਕਿਨ ਜੇ ਆਪਾਂ BC ਦੀ ਗੱਲ ਕਰੀਏ ਤਾਂ $2 ਤੋਂ ਉੱਤੇ ਕ੍ਰਾਸ ਕਰ ਚੁੱਕੀ ਹੈ। ਇਸੇ ਤਰ੍ਹਾਂ ਆਲਮੋਸਟ ਟੋਰਾਂਟੋ ਦੇ ਵਿੱਚ $2 ਦੇ ਕਰੀਬ ਹੈ। ਸੋ ਇਹਦੇ ਜਿਹੜੇ ਇੰਪੈਕਟ ਜਿਹੜੇ ਤੁਹਾਨੂੰ ਅਪ੍ਰੈਲ 'ਚ ਪਤਾ ਲੱਗਣਗੇ ਕਿ ਇਨਫਲੇਸ਼ਨ ਜਿਹੜੀ ਆ 5.7 ਤੋਂ ਉਮੀਦ ਕੀਤੀ ਜਾ ਰਹੀ ਕਿ ਕਿਤੇ ਜ਼ਿਆਦਾ ਆਏਗੀ ਜਦੋਂ ਮਾਰਚ ਦੇ ਡਾਟਾ ਹੋਣਗੇ। ਸੋ ਇਹ ਸਾਰੀਆਂ ਜਿਹੜੀਆਂ ਯੂਕਰੇਨ ਦੀ ਵਾਰ ਜਿਹੜੀ ਹੈ ਇਹ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਰਸ਼ੀਆ ਔਰ ਯੂਕਰੇਨ ਦਾ ਜਿਹੜਾ ਇਸ ਵੇਲੇ ਚੱਲ ਰਹੀ ਆ, ਆਉਣ ਵਾਲੇ ਟਾਈਮ ਦੇ ਵਿੱਚ ਇਨਫਲੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਇਹਦਾ ਵੀ ਇਫੈਕਟ ਪਏਗਾ। ਔਰ ਇਹ 1970 ਨੂੰ ਅਗਰ ਤੁਸੀਂ ਕੰਪੈਰੀਜ਼ਨ ਕਰੋ ਤਾਂ ਲੋਕਾਂ ਦਾ ਇਹ ਕਹਿਣਾ ਕਿ ਕਿਤੇ ਅਸੀਂ 1970 ਵਾਲੇ ਹਾਲਾਤਾਂ ਵਿੱਚ ਨਾ ਪਹੁੰਚ ਜਾਈਏ ਜਦੋਂ ਜਿਹੜੀ ਇਨਫਲੇਸ਼ਨ ਸੀਗੀ ਉਹ 13 ਡਬਲ ਡਿਜਿਟ ਨੂੰ ਕ੍ਰਾਸ ਕਰ ਗਈ ਸੀ। ਔਰ ਤੁਹਾਨੂੰ ਯਾਦ ਹੋਊਗਾ ਕਿ ਉਦੋਂ ਜਿਹੜੇ ਰੇਟ ਆਫ ਇੰਟਰਸਟ ਸੀਗੇ 13% ਨੂੰ ਟੱਚ ਕਰ ਗਏ ਸੀਗੇ ਜੀ। ਇੱਕ ਚੀਜ਼ ਹੋਰ ਚੀਮਾ ਸਾਹਿਬ ਕਿ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਪ੍ਰੋਡਕਸ਼ਨ ਤਾਂ ਕੋਵਿਡ ਕਰਕੇ ਸਾਰੇ ਪਾਸੇ ਰੁਕੀ ਹੋਈ ਹੈ, ਜਿਹੜੀ ਡਿਮਾਂਡ ਸਪਲਾਈ ਦਾ ਇਸ਼ੂ ਹੈ ਉਹ ਪ੍ਰੋਡਕਟਸ ਜਿਹੜੇ ਨੇ ਉਹ ਮਾਰਕੀਟ ਦੇ ਵਿੱਚ ਅਵੇਲੇਬਲ ਵੀ ਨਹੀਂ ਨੇ। ਜੇਕਰ ਸਟੋਰਾਂ 'ਚ ਜਾਈਏ ਤਾਂ ਕਈ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਡੀ ਚੁਆਇਸ ਦੀਆਂ ਨਹੀਂ ਮਿਲ ਰਹੀਆਂ। ਜਿਹੜੀਆਂ ਸ਼ੈਲਫਾਂ ਨੇ ਉਹਨਾਂ 'ਤੇ ਸਮਾਨ ਘੱਟ ਸਟੋਰਾਂ 'ਚ ਦਿਖ ਰਿਹਾ ਹੈ ਕਿਉਂਕਿ ਸ਼ਾਇਦ ਪਿੱਛੋਂ ਪ੍ਰੋਡਕਸ਼ਨ ਹੀ ਉਨੀ ਨਹੀਂ ਬਣ ਪਾ ਰਹੀ। ਦੂਸਰੀ ਗੱਲ ਹੈ ਕਿ ਜਿੱਦਾਂ ਤੇਲ ਦੀ ਪ੍ਰਾਈਸ, ਜਿਵੇਂ ਤੁਸੀਂ ਦੱਸਿਆ ਹੈ ਕਿ ਕਰੂਡ ਆਇਲ ਦੀ ਪ੍ਰਾਈਸ ਰਿਕਾਰਡ ਹਾਈ ਇਸ ਸਮੇਂ ਚੱਲ ਰਹੀ ਹੈ, ਤੇਲ ਬਹੁਤ ਮਹਿੰਗਾ ਚੱਲ ਰਿਹਾ, ਉਸ ਕਰਕੇ ਟਰਾਂਸਪੋਰਟੇਸ਼ਨ ਜਿਹੜੀ ਉਹ ਮਹਿੰਗੀ ਹੋਈ ਜਾ ਰਹੀ ਹੈ। ਜਿੱਦਾਂ ਹੀ ਤੇਲ ਮਹਿੰਗਾ ਹੁੰਦਾ ਟਰਾਂਸਪੋਰਟੇਸ਼ਨ ਮਹਿੰਗੀ ਹੁੰਦੀ ਹੈ, ਉਨਾ ਹੀ ਸਮਾਨ ਜਿਹੜਾ ਉਹ ਮਹਿੰਗਾ ਹੁੰਦਾ ਜਾ ਰਿਹਾ। ਪਰ ਸਭ ਤੋਂ ਵੱਡੀ ਚਿੰਤਾ ਜਿਹੜੀ ਆ ਉਹ ਜੇਕਰ ਅਲਬਰਟਾ ਦੀ ਗੱਲ ਕਰੀਏ ਤਾਂ ਜਿਹੜੀਆਂ ਯੂਟਿਲਿਟੀਜ਼ ਨੇ ਜੀ ਉਹ ਮੈਨੂੰ ਲੱਗਦਾ ਡਬਲ ਹੋ ਚੁੱਕੀਆਂ ਨੇ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ। ਸੋ ਤੁਹਾਨੂੰ ਲੱਗਦਾ ਹੈ ਕਿ ਬੈਂਕ ਆਫ ਕੈਨੇਡਾ ਜਾਂ ਭਾਵੇਂ ਉਹ ਕੈਨੇਡਾ ਗੌਰਮੈਂਟ ਹੈ ਚਾਹੇ ਅਲਬਰਟਾ ਗੌਰਮੈਂਟ ਹੈ, ਉਹਨਾਂ ਨੂੰ ਹੁਣ ਕੋਈ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿ ਕਿਸੇ ਵੀ ਤਰੀਕੇ ਨਾਲ ਜਿਹੜੀ ਇਸ ਇਨਫਲੇਸ਼ਨ ਦੇ ਉੱਤੇ ਨੱਥ ਪਾਈ ਜਾ ਸਕੇ ਜੀ?
ਦੇਖੋ ਸਿੱਧੂ ਸਾਹਿਬ, ਇਨਫਲੇਸ਼ਨ ਨੂੰ ਰੋਕਣ ਵਾਸਤੇ ਦੇਖੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜਾ ਟਿਫ ਮੈਕੈਲਮ ਜਿਹੜੇ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ, ਉਹ ਬਾਰ-ਬਾਰ ਹੀ ਕਹਿ ਰਹੇ ਸੀਗੇ ਜਦੋਂ ਮਹਿੰਗਾਈ ਵਧਣੀ ਸ਼ੁਰੂ ਹੋਈ ਕਿ ਇਹ ਟ੍ਰਾਂਜ਼ਿਟਰੀ ਮੋਡ ਹੈ ਜੀ। ਟ੍ਰਾਂਜ਼ਿਟਰੀ ਮੋਡ ਮੀਨ ਕਿ ਡਿਊ ਟੂ ਪੈਂਡੈਮਿਕ ਜਿਹੜੀਆਂ ਬੋਟਲਨੈਕਸ ਸਪਲਾਈ ਦੀਆਂ ਬੋਟਲਨੈਕਸ ਆ ਰਹੀਆਂ ਨੇ, ਉਹਦੇ ਕਰਕੇ ਜਦੋਂ ਸਪਲਾਈ ਨਾਰਮਲ ਹੋ ਜਾਏਗੀ ਤਾਂ ਹੌਲੀ ਹੌਲੀ ਇਨਫਲੇਸ਼ਨ ਜਿਹੜੀ ਕੰਟਰੋਲ 'ਚ ਆ ਜਾਏਗੀ। ਲੇਕਿਨ ਜਿਵੇਂ ਮੈਂ ਤੁਹਾਨੂੰ ਅੱਗੇ ਵੀ ਜ਼ਿਕਰ ਕੀਤਾ ਕਿ ਪਿਛਲੇ 18 ਮਹੀਨਿਆਂ ਤੋਂ ਬੈਂਕ ਆਫ ਕੈਨੇਡਾ ਆਪਣੀ ਪ੍ਰੋਡਕਸ਼ਨ 'ਚ ਲਗਾਤਾਰ ਫੇਲ ਹੁੰਦਾ ਜਾ ਰਿਹਾ ਵਾ। ਸੋ ਕਈ ਫੈਕਟਰ ਇਹੋ ਜਿਹੇ ਵੀ ਹੈਗੇ ਨੇ ਜਿਹੜੇ ਬੈਂਕ ਆਫ ਕੰਟਰੋਲ ਜਿਹੜਾ ਕੈਨੇਡਾ ਦੇ ਉਹਦੀ ਪਹੁੰਚ ਤੋਂ ਬਾਹਰ ਨੇ। ਜਿਵੇਂ ਗੱਲ ਕੀਤੀ ਹੈ ਗੈਸ ਦੇ ਪ੍ਰਾਈਸਿਸ ਦੀ, ਕਿਉਂਕਿ ਯੂਕਰੇਨ ਦੀ ਵਾਰ ਕਰਕੇ ਜਿਹੜੇ ਗੈਸ ਦੇ ਪ੍ਰਾਈਸਿਸ ਨੇ ਉਹ ਇੰਟਰਨੈਸ਼ਨਲੀ ਵੱਧ ਰਹੇ ਨੇ ਜੀ। ਸੋ ਉਹਦੇ ਕਰਕੇ ਜੇ ਆਪਾਂ ਗੱਲ ਕਰੀਏ ਐਲਬਰਟਾ ਦੀ, ਤਾਂ ਉਹਦੇ ਵਿੱਚ ਉਹ ਜਿਵੇਂ ਤੁਸੀਂ ਔਰ ਮੈਂ ਵੀ ਆਰ ਪਾਰਟ ਆਫ ਦਿਸ ਵਰਲਡ, ਤੇ ਜੇ ਅਗਰ ਗੈਸ ਔਰ ਆਇਲ ਦੇ એનર્ਜੀ ਦੇ ਪ੍ਰਾਈਸਿਸ ਵੱਧਦੇ ਨੇ ਤਾਂ ਉਹਦੇ ਕਰਕੇ ਜਿਹੜੀ ਇਨਫਲੇਸ਼ਨ ਨੂੰ ਰੋਕਣਾ ਜਿਹੜਾ ਉਹ ਕੋਈ ਸੌਖਾ ਕੰਮ ਨਹੀਂ ਹੈਗਾ। ਲੇਕਿਨ ਹਮੇਸ਼ਾ ਹੀ ਕਿਹਾ ਜਾਂਦਾ ਵੀ ਕਿਸੇ ਦੀ ਵੀ ਬੋਰੋਇੰਗ ਨੂੰ ਅਗਰ ਤੁਸੀਂ ਸੱਟ ਮਾਰਨੀ ਹੈ ਤਾਂ ਹਮੇਸ਼ਾ ਰੇਟ ਆਫ ਇੰਟਰਸਟ ਨੂੰ ਵਧਾਇਆ ਜਾਵੇ। ਸੋ ਮੈਂ ਹੁਣ ਇੱਕ ਆਰਟੀਕਲ ਪੜ੍ਹ ਰਿਹਾ ਸੀਗਾ ਤੁਹਾਨੂੰ ਤੋਂ ਇਸ ਇੰਟਰਵਿਊ ਤੋਂ ਪਹਿਲਾਂ ਕਿ ਹਾਊ ਕੈਨੇਡੀਅਨਸ ਆਰ, ਵੀ ਉਹ ਕਿਵੇਂ ਟੈਕਲ ਕਰ ਰਹੇ ਨੇ। ਸੋ ਮੈਂ ਇੱਕ ਆਰਟੀਕਲ ਬੜਾ ਵਧੀਆ ਪੜ੍ਹਿਆ ਕਿ ਉਹਦੇ 'ਚ ਉਹ ਕਹਿ ਰਹੇ ਕਿ ਇਹੀ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਨੇ ਇਹ ਸਿਰਫ ਉਹੀ ਖਰੀਦ ਰਹੇ ਆ। ਰੈਸਟੋਰੈਂਟਸ 'ਤੇ ਜਾਣਾ ਘਟਾ ਦਿੱਤਾ, ਈਵਨ ਕਈ ਲੋਕਾਂ ਨੇ ਜਿਹੜਾ ਆਪਣਾ ਵਾਹੀਕਲਸ ਹੈ ਉਹਦੀ ਡਰਾਈਵਿੰਗ ਵੀ ਘਟਾਤੀ ਹੈ, ਜੇ ਬਹੁਤ ਜ਼ਰੂਰੀ ਹੈ ਤਾਂ ਉਹ ਜਾਣਾ ਚਾਹੁੰਦੇ ਨੇ। ਸੋ ਆਉਣ ਵਾਲੇ ਟਾਈਮ ਦੇ ਵਿੱਚ ਨੈਚੁਰਲੀ ਹੈ, ਅਗਰ ਮੇਰੀ ਜਿਹੜੀ ਜੇਬ ਮੈਨੂੰ ਇਜਾਜ਼ਤ ਨਹੀਂ ਦਿੰਦੀ ਕਿ ਮੈਂ ਸਰਟਨ ਅਮਾਊਂਟ ਜਿਹੜਾ ਵਾ ਕਿਸੇ ਚੀਜ਼ 'ਤੇ ਸਪੈਂਡ ਕਰਾਂ, ਤਾਂ ਹਮੇਸ਼ਾ ਮੈਂ ਆਪਣੀ ਜ਼ਰੂਰਤਾਂ ਨੂੰ ਘਟਾਵਾਂਗਾ। ਬਿਲਕੁਲ। ਸੋ ਆਉਣ ਵਾਲੇ ਟਾਈਮ ਦੇ ਵਿੱਚ ਲੇਕਿਨ ਦੂਜੇ ਪਾਸੇ ਡਰ ਹਮੇਸ਼ਾ ਇਹ ਰਹਿੰਦਾ ਹੁੰਦਾ ਕਿ ਇਨਫਲੇਸ਼ਨ ਤੋਂ ਕਿਤੇ ਆਪਾਂ ਰਿਸੈਸ਼ਨ ਵਿੱਚ ਨਾ ਚਲੇ ਜਾਈਏ। ਬਿਲਕੁਲ, ਇਹ ਵੀ ਡਰ ਨਾਲ ਬਰਕਰਾਰ ਹੈ। ਸੋ ਕਿਉਂਕਿ ਇਸ ਵੇਲੇ ਵਰਲਡ ਦੇ ਵਿੱਚ ਇੰਨੀ ਅਨਸਰਟਨਟੀ ਹੈਗੀ ਕਿ ਕਿਸੇ ਦਿਨ ਤੁਸੀਂ ਦੇਖੋ ਸਟਾਕ ਮਾਰਕੀਟ ਕਰੈਸ਼ ਕਰ ਜਾਂਦੀ ਹੈ, ਕਿਸੇ ਦਿਨ ਸਟਾਕ ਮਾਰਕੀਟ ਜਿਵੇਂ ਅੱਜ ਦੀ ਗੱਲ ਕਰ ਲਓ ਤਾਂ ਸਟਾਕ ਮਾਰਕੀਟ ਇੱਕ ਰਿਕਾਰਡ ਤੇ ਬੰਦ ਹੋਈ ਹੈ। ਜਿਹੜਾ ਇਹ ਵੀਕ ਸਟਾਕ ਮਾਰਕੀਟ ਦਾ ਇੱਕ ਰਿਕਾਰਡ ਸੀਗਾ। ਸੋ ਲੋਕਾਂ ਦੀ ਕਈ ਵਾਰੀ ਆਮ ਇਕਨੋਮਿਕਸ ਦੀ ਸਮਝ ਤੋਂ ਬਾਹਰ ਹੋ ਜਾਂਦਾ ਕਿ ਵਰਲਡ ਕਿੱਧਰ ਨੂੰ ਜਾ ਰਿਹਾ, ਕਿਉਂਕਿ ਇਹ ਬਹੁਤ ਵੱਡੀ ਅਨਸਰਟਨਟੀ ਹੈ ਜੀ। ਸੋ ਇਸ ਅਨਸਰਟਨਟੀ ਤੋਂ ਨਿਕਲਣ ਵਾਸਤੇ ਵੱਖ-ਵੱਖ ਮਾਹਿਰਾਂ ਦੀਆਂ ਵੱਖ-ਵੱਖ ਰਾਏ ਨੇ, ਲੇਕਿਨ ਆਉਣ ਵਾਲਾ ਟਾਈਮ ਹੀ ਦੱਸ ਸਕੇਗਾ ਕਿ ਵਰਲਡ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੀ ਹੋਏਗਾ। ਸੋ ਕੋਵਿਡ ਨੇ ਸਥਿਤੀ ਜਿਹੜੀ ਹੈ ਬੜੀ ਗੁੰਝਲਦਾਰ ਸਾਰੀ ਦੁਨੀਆ ਦੀ ਬਣਾਈ ਹੋਈ ਹੈ। ਉਸ ਤੋਂ ਬਾਅਦ ਯੂਕਰੇਨ ਤੇ ਰਸ਼ੀਆ ਦੀ ਜਿਹੜੀ ਵਾਰ ਸ਼ੁਰੂ ਹੋ ਗਈ ਹੈ, ਉਹਨੇ ਜਿਹੜੀ ਗੁੰਝਲਾਂ ਜਿਹੜੀਆਂ ਥੋੜ੍ਹੀਆਂ ਬਹੁਤੀਆਂ ਸੋਲਵ ਕਰਨੀਆਂ ਸੀ, ਹੱਲ ਹੋਣੀਆਂ ਸੀ, ਉਹ ਹੋਰ ਵੀ ਜਿਹੜਾ ਉਹ ਸਾਰਾ ਗੁੰਝਲ ਨੂੰ ਹੋਰ ਵੀ ਵਧਾਤਾ ਹੈ, ਹੋਰ ਪੇਚੀਦਾ ਬਣਾਤਾ ਸਥਿਤੀ ਨੂੰ। ਸੋ ਇਸ ਸਮੇਂ ਜੇਕਰ ਜਿਹੜੇ ਫਸਟ ਟਾਈਮ ਬਾਇਰਸ ਨੇ ਜਾਂ ਨਵੇਂ ਇਮੀਗ੍ਰੈਂਟਸ ਆ ਰਹੇ ਨੇ, ਵੈਸੇ ਤਾਂ ਕੋਈ ਵੀ ਇਸ ਟਾਈਮ ਪ੍ਰੋਪਰਲੀ ਉਹਨਾਂ ਨੂੰ ਸਹੀ ਸਲਾਹ ਨਹੀਂ ਦੇ ਸਕਦਾ, ਕਿਉਂਕਿ ਜਿਵੇਂ ਤੁਸੀਂ ਕਿਹਾ ਕਿ ਬੈਂਕ ਆਫ ਕੈਨੇਡਾ ਹੀ ਆਪਣੀ ਜਿਹੜੀ ਉਹ ਕੁਝ ਵੀ ਕਹਿੰਦੇ ਨੇ ਉਹ ਉੱਤੇ ਫੇਲ ਹੋ ਜਾਂਦੇ ਨੇ। ਪਰ ਕੀ ਕਰਨਾ ਚਾਹੀਦਾ ਉਹਨਾਂ ਨੂੰ? ਘਰ ਲੈ ਲੈਣੇ ਚਾਹੀਦੇ ਨੇ ਜਾਂ ਫਿਰ ਉਡੀਕ ਕਰਨੀ ਚਾਹੀਦੀ ਹੈ? ਤੁਹਾਡੀ ਕੀ ਸਲਾਹ ਹੈ ਉਹਨਾਂ ਲੋਕਾਂ ਨੂੰ? ਦੇਖੋ ਸਿੱਧੂ ਸਾਹਿਬ, ਮੇਰੇ ਖਿਆਲ ਨਾਲ ਜਿਹੜਾ ਫਸਟ ਟਾਈਮ ਹੋਮ ਬਾਇਰ, ਜੇ ਆਪਾਂ ਕੈਲਗਰੀ ਦੀ ਰੀਅਲ estate ਦੀ ਮਾਰਕੀਟ ਦੀ ਗੱਲ ਕਰੀਏ ਕਿ ਜਿਵੇਂ ਆਪਾਂ ਪਹਿਲਾਂ ਜ਼ਿਕਰ ਕੀਤਾ ਸੀਗਾ ਆਪਣੀ ਇੰਟਰਵਿਊ ਦੇ ਸਟਾਰਟ ਦੇ ਵਿੱਚ ਕਿ ਜਿਹੜਾ ਐਵਰੇਜ ਕੈਨੇਡੀਅਨ ਪ੍ਰਾਈਸ ਆ 8 ਲੱਖ ਨੂੰ ਕ੍ਰਾਸ ਕਰ ਗਿਆ। ਲੇਕਿਨ ਜੇ ਆਪਾਂ ਕੈਲਗਰੀ ਦੀ ਗੱਲ ਕਰੀਏ ਤਾਂ ਅੱਜ ਵੀ ਅਗਰ ਟੋਰਾਂਟੋ ਦੇ ਮੁਕਾਬਲੇ ਜਿਹੜਾ ਇਹ 6 ਲੱਖ ਹੈ ਦਾ ਐਵਰੇਜ ਪ੍ਰਾਈਸ ਅੱਜ ਵੀ ਕੈਲਗਰੀ ਦੇ ਵਿੱਚ, ਜਦਕਿ ਟੋਰਾਂਟੋ 'ਚ 1.2 ਮਿਲੀਅਨ ਹੈ, ਜਿਹਦੇ ਕਰਕੇ ਅੱਜ ਵੀ ਜਿਹੜੇ ਲੋਕ ਨੇ ਹੁਣ ਕੈਲਗਰੀ ਵੱਲ ਵੇਖ ਰਹੇ ਕਿ ਕੈਲਗਰੀ ਇਜ਼ ਅ ਵੈਰੀ ਅਫੋਰਡੇਬਲ ਸਿਟੀ ਐਜ਼ ਫਾਰ ਐਜ਼ ਦਾ ਰੀਅਲ estate ਇਜ਼ ਕੰਸਰਨ। ਸੋ ਇਹੀ ਕਾਰਨ ਹੈ ਕਿ ਅੱਜ ਦੀ ਡੇਟ 'ਚ ਜਿਹੜਾ ਐਲਬਰਟਾ ਹੁਣ ਪਾਪੂਲੇਸ਼ਨ ਗੇਨ ਕਰ ਰਿਹਾ, ਜਿਹੜੀ ਇੰਟਰ ਪ੍ਰੋਵਿੰਸ਼ੀਅਲ ਜਿਹੜੀ ਮਾਈਗ੍ਰੇਸ਼ਨ ਉਹ ਐਲਬਰਟਾ ਨੂੰ ਵੱਧ ਰਹੀ ਹੈ। ਸੋ ਕੋਈ ਵੀ ਟਾਈਮ ਜਿਹੜਾ ਹੁੰਦਾ ਵਾ ਫਸਟ ਟਾਈਮ ਹੋਮ ਬਾਇਰ ਵਾਸਤੇ ਕਦੀ ਵੀ ਮਾੜਾ ਨਹੀਂ ਹੁੰਦਾ, ਲੇਕਿਨ ਕਿਉਂਕਿ ਫਿਊਚਰ ਕੋਈ ਪ੍ਰੈਡਿਕਟ ਨਹੀਂ ਕਰ ਸਕਦਾ। ਕਿਉਂਕਿ ਜਿਹੜੇ ਘਰ ਅੱਜ ਤੋਂ ਸਾਲ ਪਹਿਲਾਂ ਅਗਰ ਮੈਂ ਪ੍ਰੀ ਸੇਲਸ ਲੋਕਾਂ ਨੂੰ ਬੁੱਕ ਕਰਵਾ ਕੇ ਦਿੱਤੇ ਸੀ 4 ਲੱਖ 20-25 ਹਜ਼ਾਰ, ਉਹ ਅੱਜ ਜਿਹੜੇ ਘਰ 5 ਲੱਖ ਨੂੰ ਵੀ ਕ੍ਰਾਸ ਕਰ ਗਿਆ। ਸੋ ਹੂ ਕੈਨ ਪ੍ਰੈਡਿਕਟ ਫਿਊਚਰ ਕਿ ਅਗਲੇ ਸਾਲ ਉਹ 6 ਲੱਖ ਜਾਂ 7 ਲੱਖ ਨੂੰ ਵੀ ਕ੍ਰਾਸ ਕੀ ਹੋ ਜਾਏਗੀ, ਘਰੇ ਘਟੇਗੀ ਵਧੇਗੀ, ਕੁਝ ਨਹੀਂ ਕਹਿ ਸਕਦੇ। ਜਿਹੜਾ ਕਾਸਟ ਆਫ ਬਿਲਡਰ ਦੀ ਕਾਸਟ ਜਿਹੜੀ ਉਹ ਵੱਧਦੀ ਜਾ ਰਹੀ, ਉਹ ਘਟ ਨਹੀਂ ਰਹੀ। ਸੋ ਇਸ ਕਰਕੇ ਦੂਜਾ ਤੁਹਾਨੂੰ ਇਨਫਲੇਸ਼ਨ ਨੂੰ ਵੀ ਆਪਣੇ ਦਿਮਾਗ 'ਚ ਰੱਖਣਾ ਪਏਗਾ ਕਿ ਜੇ ਇਨਫਲੇਸ਼ਨ ਜਿਹੜੀ ਹੈ, ਕਿਉਂਕਿ ਮਾਹਿਰਾਂ ਦਾ ਇਹ ਕਹਿਣਾ ਕਿ ਇਨਫਲੇਸ਼ਨ ਲਗਾਤਾਰ ਵਧੇਗੀ ਜੀ। ਸੋ ਅਗਰ ਔਨ ਐਨ ਐਵਰੇਜ 5% ਵੀ ਵੱਧਦੀ ਹੈ ਮੰਥ ਟੂ ਮੰਥ, ਤਾਂ ਆਉਣ ਵਾਲੇ ਟਾਈਮ ਦੇ ਵਿੱਚ ਘਰਾਂ ਦੇ ਪ੍ਰਾਈਸ ਹੋਰ ਵੱਧ ਜਾਣਗੇ। ਸੋ ਜਿਹੜੇ ਵੀ ਲੋਕ ਕੈਲਗਰੀ ਵੱਲ ਵੇਖ ਰਹੇ ਨੇ ਅੱਜ ਵੀ, ਉਹਨਾਂ ਲਈ ਮੈਂ ਜ਼ਰੂਰੀ ਨਹੀਂ ਕਿ ਉਹ ਜੇ ਉਹ ਸਿੰਗਲ ਡਿਟੈਚ ਹੋਮ ਜਿਹੜੇ ਆ ਉਹ ਅਫੋਰਡ ਨਹੀਂ ਕਰ ਸਕਦੇ ਤਾਂ ਉਹ ਸੈਮੀ ਡਿਟੈਚ ਨੂੰ ਜਾ ਸਕਦੇ ਆ। ਜੇ ਸੈਮੀ ਡਿਟੈਚ ਨਹੀਂ ਤਾਂ ਅੱਜ ਵੀ ਤੁਸੀਂ ਦੇਖੋ ਕੈਲਗਰੀ ਦੀ ਮਾਰਕੀਟ ਦੇ ਵਿੱਚ 3,90,000 ਤੱਕ ਤੁਹਾਨੂੰ ਜਿਹੜੇ ਆ ਬਿਨਾਂ ਕੋਂਡੋ ਫੀਸ ਤੋਂ ਜਿਹੜੇ ਆ ਟਾਊਨ ਹਾਊਸਿਸ ਮਿਲ ਰਹੇ ਨੇ, ਜਿਹਨਾਂ ਨੂੰ ਆਪਾਂ ਰੋ ਟਾਊਨ ਹਾਊਸਿਸ ਕਹਿੰਦੇ ਆ। ਜੇ ਆਪਾਂ ਅਪਾਰਟਮੈਂਟਸ ਦੀ ਗੱਲ ਕਰੀਏ ਤਾਂ ਅੱਜ ਵੀ ਜਿਹੜੀ ਕੈਲਗਰੀ ਦੀ ਰੀਅਲ estate ਦੇ ਵਿੱਚ ਅਪਾਰਟਮੈਂਟ ਅੱਜ ਵੀ ਟਰਬਲ ਦੇ ਵਿੱਚ ਨੇ। ਅੱਜ ਵੀ ਤੁਹਾਨੂੰ 1,80,000 90,000 ਦੇ ਜਿਹੜੇ 2 ਬੈਡਰੂਮ ਦੇ ਅਪਾਰਟਮੈਂਟ ਜਿਹੜੇ ਅਵੇਲੇਬਲ ਨੇ। ਸੋ ਜੇਕਰ ਵੱਡੇ ਘਰ ਨੂੰ ਹੱਥ ਨਹੀਂ ਪੈਂਦਾ
ਤਾਂ ਤਾਂ ਬਿਲਕੁਲ ਛੋਟੇ ਘਰਾਂ ਵੱਲ ਜਾਂ ਕੌਂਡੋਜ਼ ਵੱਲ ਜਾਂ ਜਿਹੜੀਆਂ ਅਪਾਰਟਮੈਂਟਸ ਨੇ ਉਹਨਾਂ ਵੱਲ ਜਿਹੜਾ ਤੁਸੀਂ ਕੰਸੀਡਰ ਕਰ ਸਕਦੇ ਹੋ, ਤੇ ਕੋਈ ਨਾ ਕੋਈ ਪ੍ਰਾਪਰਟੀ ਜੇਕਰ ਤੁਹਾਡੇ ਕੋਲ ਹੈ ਤਾਂ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਉਹ ਜੇਕਰ ਉਸ 'ਚ ਵਾਧਾ ਵੀ ਹੁੰਦਾ ਤਾਂ ਤੁਹਾਨੂੰ ਵੀ ਉਸ ਦਾ ਬੈਨੀਫਿਟ ਜਿਹੜਾ ਮਿਲ ਬਿਲਕੁਲ ਸਕਦਾ ਹੈ। ਸਿੱਧੂ ਸਾਹਿਬ, ਜੇ ਆਪਾਂ ਅਪਾਰਟਮੈਂਟ ਦੀ ਗੱਲ ਕਰੀਏ ਤਾਂ ਤੁਸੀਂ ਕੰਪੈਰੀਜ਼ਨ ਕਰੋ ਟੋਰਾਂਟੋ ਦੀ ਮਾਰਕੀਟ ਨਾਲ। ਟੋਰਾਂਟੋ ਦੇ ਵਿੱਚ ਜਾਂ ਤੁਸੀਂ BC ਦੀ ਗੱਲ ਕਰ ਲਓ, ਤੁਸੀਂ ਸਰੀ ਵੈਨਕੂਵਰ ਦੀ ਗੱਲ ਕਰ ਲਓ, ਤਾਂ ਉੱਥੇ ਵੀ ਜਿਹੜੇ ਤੁਸੀਂ ਦੇਖੋ ਜਿਹੜੇ ਕੰਡੋਮੀਨੀਅਮ ਜਾਂ ਨੂੰ ਆਪਾਂ ਉੱਥੇ ਸਟੈਟਾ ਕਹਿੰਦੇ ਨੇ BC ਦੇ ਵਿੱਚ, ਉਹ ਐਵਰੇਜ ਪ੍ਰਾਈਸ ਜਿਹੜੇ 7-7 ਲੱਖ ਤੇ 8-8 ਲੱਖ ਤੇ ਪਹੁੰਚ ਚੁੱਕੇ ਨੇ। ਬਿਲਕੁਲ। ਸੋ ਅੱਜ ਵੀ ਦੇਖੋ ਕੈਲਗਰੀ ਇੱਕ ਬਹੁਤ ਵਧੀਆ ਜਿਹੜੀ ਆ ਮਾਰਕੀਟ ਹੈ ਐਜ਼ ਫਾਰ ਐਜ਼ ਦਾ ਅਪਾਰਟਮੈਂਟ ਇਜ਼ ਕੰਸਰਨ ਜਾਂ ਟਾਊਨ ਹਾਊਸ ਇਜ਼ ਕੰਸਰਨ। ਸੋ ਜਿੰਨਾ ਕਿ ਮੈਂ ਤੁਹਾਡੀ ਗੱਲਬਾਤ ਤੋਂ ਸਮਝਿਆ ਜੀ, ਜੇਕਰ ਤੁਸੀਂ ਟੋਰਾਂਟੋ ਜਾਂ ਵੈਨਕੂਵਰ ਦੇ ਵਿੱਚ ਅਫੋਰਡ ਨਹੀਂ ਕਰਦੇ ਤਾਂ ਤੁਸੀਂ ਕੈਲਗਰੀ ਤੇ ਐਡਮਿੰਟਨ ਵਰਗੇ ਸ਼ਹਿਰਾਂ 'ਚ ਆ ਸਕਦੇ ਹੋ, ਵਿਨੀਪੈਗ ਵਰਗੇ ਸ਼ਹਿਰਾਂ 'ਚ ਆ ਸਕਦੇ ਹੋ। ਪਰ ਜੇਕਰ ਕਿਸੇ ਨੂੰ ਇੱਥੇ ਵੀ ਮਹਿੰਗੇ ਲੱਗਦੇ ਨੇ ਜਾਂ ਆਉਣ ਵਾਲੇ ਸਮੇਂ 'ਚ ਮਹਿੰਗੇ ਹੋ ਜਾਣ ਤਾਂ ਹੋਰ ਬਹੁਤ ਸਾਰੇ ਕੈਨੇਡਾ ਸ਼ਹਿਰ ਨੇ, ਸਸਕੈਚੁਅਨ ਦੇ ਸੈਸਕਾਟੂਨ ਜਾਂ ਰਜ਼ਾਈਨਾ ਵਰਗੇ ਸ਼ਹਿਰ ਨੇ, ਹੋਰ ਛੋਟੇ ਸ਼ਹਿਰ ਨੇ, ਰੈਡ ਡੀਅਰ ਹੈ, ਲੈਥਬ੍ਰਿਜ ਹੈ, ਅਲਬਰਟਾ ਦੇ ਵਿੱਚ। ਕੈਨੇਡਾ ਦੇ ਵਿੱਚ ਸ਼ਹਿਰਾਂ ਦੀ ਘਾਟ ਨਹੀਂ ਹੈ, ਸ਼ਹਿਰਾਂ ਦੀ ਕੋਈ ਕਮੀ ਨਹੀਂ ਹੈ, ਬਸ ਸਿਰਫ ਥੋੜਾ ਜਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿੱਥੇ ਘਰ ਖਰੀਦਣਾ। ਠੀਕ ਹੈ ਕਿ ਵੱਡੇ ਸ਼ਹਿਰਾਂ 'ਚ ਆਪਾਂ ਥੋੜਾ ਜਿਹਾ ਕੰਫਰਟ ਭਾਲਦੇ ਹਾਂ ਕਿ ਜੀ ਇੱਥੇ ਭਾਈਚਾਰਾ ਹੁੰਦਾ ਹੈ, ਫੈਸਿਲਿਟੀ ਜ਼ਿਆਦਾ ਹੁੰਦੀਆਂ ਨੇ, ਪਰ ਜੇਕਰ ਥੋੜਾ ਜਿਹਾ ਬੰਦਾ ਕਹਿ ਲਓ ਕਿ ਹੌਸਲਾ ਕਰ ਲਵੇ ਤਾਂ ਕਿਤੇ ਨਾ ਕਿਤੇ ਘਰ ਜਿਹੜੇ ਨੇ ਉਹ ਕੈਲਗਰੀ ਤੋਂ ਵੀ ਜੇਕਰ ਥੋੜਾ ਜਿਹਾ ਬਾਹਰ ਨਿਕਲਿਆ ਜਾਵੇ, ਭਾਵੇਂ ਪਹਿਲਾਂ ਚੈਸਟਮੇਰ ਨੂੰ ਥੋੜਾ ਦੂਰ ਮੰਨਿਆ ਜਾਂਦਾ ਸੀ, ਹੁਣ ਚੈਸਟਮੇਰ ਲਗਭਗ ਹੀ ਸ਼ਹਿਰ ਦਾ ਹਿੱਸਾ ਬਣ ਚੁੱਕਾ ਹੈ। ਇਸ ਤੋਂ ਇਲਾਵਾ ਏਡਰੀ ਵਰਗੇ ਸ਼ਹਿਰ ਨੇ ਤੇ ਜਿਹੜਾ ਜੀ ਆਪਣਾ ਨਿੱਕੇ ਨਿੱਕੇ ਹੋਰ ਸ਼ਹਿਰ ਨੇ ਕੈਲਗਰੀ ਐਡਮਿੰਟਨ ਦੇ ਨਾਲ, ਜਿੱਥੇ ਕਿ ਨਿਕਲ ਕੇ ਪ੍ਰਾਈਸ ਨੂੰ ਥੋੜਾ ਜਿਹਾ ਬੀਟ ਕੀਤਾ ਜਾ ਸਕਦਾ ਜੀ। ਮੈਂ ਰਣਜੀਤ ਜੀ ਤੁਹਾਡੀ ਗੱਲਾਂ ਤੋਂ ਮੈਨੂੰ ਯਾਦ ਆ ਕਿ ਕੋਕਰਨ ਇੱਕ ਬੜੀ ਵਧੀਆ, ਜੇ ਤੁਸੀਂ ਕੋਕਰਨ ਦੇ ਦੇਖੋ ਜਿਹੜੇ ਅੱਜ ਦੇ ਡਾਟਾਜ਼ ਆ ਰਹੇ ਨੇ, ਕੋਕਰਨ ਇਜ਼ ਦਾ ਜਿਹੜੀ 11th ਫਾਸਟੈਸਟ ਗਰੋਇੰਗ ਮਿਊਨਿਸਪੈਲਿਟੀ ਹੈ ਕੈਨੇਡਾ ਦੀ ਇਸ ਵੇਲੇ। ਕਿਉਂਕਿ ਜਿਹੜੇ ਵੀ ਲੋਕ ਬਾਹਰੋਂ ਆ ਰਹੇ ਨੇ ਅੱਜ, ਉਹ ਜਿਹੜੀਆਂ ਕੈਲਗਰੀ ਦੀ ਆਊਟਰ ਟੈਰੀਟਰੀ ਹੈ ਉਹਨਾਂ ਵਿੱਚ ਕੋਕਰਨ ਬੜੀ ਪਾਪੂਲਰ ਜਿਹੜੀ ਜਗ੍ਹਾ ਬਣਦੀ ਜਾ ਰਹੀ ਹੈ, ਜਿੱਥੇ ਤੁਸੀਂ ਦੇਖੋ ਉਹਨਾਂ ਦੇ ਜਿਹੜੀਆਂ ਹੁਣ ਸੈਂਸਸ ਦੇ ਰਿਜ਼ਲਟ ਆਏ ਨੇ 31% ਦੇ ਕਰੀਬ ਜਿਹੜੀ ਪਾਪੂਲੇਸ਼ਨ ਵੱਧ ਗਈ ਹੈ ਕੋਕਰਨ ਦੀ। ਔਰ ਕੋਕਰਨ ਸੋ ਇਹਨਾਂ ਛੋਟੇ ਸ਼ਹਿਰਾਂ ਵੱਲ ਵਧਿਆ ਜਾ ਸਕਦਾ ਹੈ। ਬਿਲਕੁਲ ਜੀ। ਕੋਕਰਨ ਤੁਸੀਂ ਦੇਖੋ, ਜੇ ਆਪਾਂ ਟੋਰਾਂਟੋ ਦੀ ਗੱਲ ਕਰੀਏ ਤਾਂ ਟੋਰਾਂਟੋ ਦੇ ਤੁਸੀਂ ਦੇਖੋ ਜਿਹੜੀ 2-2 ਘੰਟੇ ਦੀ ਰਾਈਡ ਦੇ ਦੂਰ ਸ਼ਹਿਰ ਨੇ, ਉੱਥੇ ਵੀ ਮਿਲੀਅਨ ਨੂੰ ਕ੍ਰਾਸ ਕਰ ਗਏ ਨੇ ਜੀ। ਅੱਜ ਵੀ ਜਿਹੜੇ ਓਨਟਾਰੀਓ ਦੇ ਵਿੱਚ 7 ਇਹੋ ਜਿਹੇ ਸ਼ਹਿਰ ਨੇ ਜਿੱਥੇ ਜਿਹੜਾ ਐਵਰੇਜ ਪ੍ਰਾਈਸ ਹੈ ਉਹ 1 ਮਿਲੀਅਨ ਨੂੰ ਕ੍ਰਾਸ ਕਰ ਚੁੱਕਾ ਵਾ। ਲੇਕਿਨ ਅਜੇ ਵੀ ਦੇਖੋ ਵੀ ਅਜੇ ਵੀ ਜਿਵੇਂ ਆਪਾਂ ਗੱਲ ਕੀਤੀ ਹੈ ਕਿ ਜਿਹੜਾ ਕੈਲਗਰੀ ਵਿੱਚ 6 ਲੱਖ ਦੇ ਜਿਹੜਾ ਐਵਰੇਜ ਪ੍ਰਾਈਸ ਆ, ਸੋ ਨੈਚੁਰਲੀ ਕੋਕਰਨ ਇਸ ਤੋਂ ਵੀ ਸਸਤਾ ਵਾ ਜੀ। ਸੋ ਇਹ ਕਰਕੇ ਅਜੇ ਵੀ ਜਿਹੜੀਆਂ ਐਲਬਰਟਾ ਦੇ ਕਈ ਸ਼ਹਿਰ ਆ ਤੁਹਾਨੂੰ ਬਹੁਤ ਵਧੀਆ ਜਿਹੜੀਆਂ ਆਫਰਸ ਕਰ ਰਹੇ ਨੇ, ਤੁਸੀਂ ਉੱਥੇ ਆ ਕੇ ਬਾਈ ਕਰ ਸਕਦੇ ਹੋ। ਸੋ ਕਹਿਣ ਦਾ ਮਤਲਬ ਇਹੀ ਹੈ ਜੀ ਕਿ ਮਹਿੰਗਾਈ ਬਹੁਤ ਵੱਧ ਰਹੀ ਹੈ, ਘਰਾਂ ਦੀ ਪ੍ਰਾਈਸ ਬਹੁਤ ਵੱਧ ਰਹੀ ਹੈ, ਪਰ ਜ਼ਰੂਰੀ ਨਹੀਂ ਹੈ ਕਿ ਨਵੇਂ ਇਮੀਗ੍ਰੈਂਟ ਨੇ ਆ ਕੇ ਟੋਰਾਂਟੋ ਜਾਂ ਵੈਨਕੂਵਰ ਹੀ ਰਹਿਣਾ। ਉਸ ਲਈ ਹੋਰ ਬਹੁਤ ਸਾਰੇ ਸ਼ਹਿਰ ਜਿਹੜੇ ਨੇ ਆਪਸ਼ਨ ਨੇ। ਕੈਲਗਰੀ ਐਡਮਿੰਟਨ, ਜੇਕਰ ਕੈਲਗਰੀ ਐਡਮਿੰਟਨ ਵੀ ਵੱਧ ਜਾਣ ਤਾਂ ਕੈਲਗਰੀ ਐਡਮਿੰਟਨ ਦੇ ਨਾਲ ਛੋਟੇ ਹੋਰ ਸ਼ਹਿਰ ਲੱਗਦੇ ਨੇ। ਕਈ ਪ੍ਰੋਵਿੰਸਿਸ ਨੇ ਜਿੱਥੇ ਕਿ ਹਜੇ ਘਰਾਂ ਦੀ ਪ੍ਰਾਈਸਾਂ ਉਨੀਆਂ ਨਹੀਂ ਵਧੀਆਂ, ਸੋ ਉੱਥੇ ਜਾ ਕੇ ਰਿਹਾ ਜਾ ਸਕਦਾ ਹੈ। ਕਿਤੇ ਲੋਕ ਰਹਿੰਦੇ ਹੀ ਨੇ ਜੀ, ਤੇ ਇੰਨੇ ਵੀ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ। ਤੇ ਸਿਰਫ ਮਾਰਕੀਟ ਨੂੰ ਤੁਸੀਂ ਆਪਣੇ ਰੀਅਲ estate ਦੇ ਜਿਹੜੇ ਏਜੰਟ ਨੇ ਉਹਨਾਂ ਨਾਲ ਗੱਲਬਾਤ ਕਰਕੇ ਤੁਸੀਂ ਵੱਖ-ਵੱਖ ਇਲਾਕਿਆਂ ਦੀਆਂ ਪ੍ਰਾਈਸਿਸ ਚੈੱਕ ਕਰੋ, ਤੇ ਜਿੱਥੇ ਵੀ ਤੁਹਾਨੂੰ ਪ੍ਰਾਈਸ ਠੀਕ ਲੱਗਦੀ ਹੈ ਤੁਸੀਂ ਉੱਥੇ ਘਰ ਖਰੀਦ ਸਕਦੇ ਹੋ। ਤੇ ਚੀਮਾ ਸਾਹਿਬ, ਅੱਜ ਤੁਸੀਂ ਆ ਕੇ ਬਹੁਤ ਸਾਰੀ ਸਾਨੂੰ ਜਾਣਕਾਰੀ ਦਿੱਤੀ ਹੈ, ਕੰਪੈਰੀਜ਼ਨ ਕੀਤਾ ਹੈ ਕਿ ਕਿਹੜੇ ਪਹਿਲਾਂ ਘਰਾਂ ਦੀਆਂ ਕੀਮਤਾਂ ਕਿੰਨੀਆਂ ਸੀ, ਹੁਣ ਕਿੰਨੀਆਂ ਨੇ, ਇਨਫਲੇਸ਼ਨ ਦੇ ਬਾਰੇ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਬਹੁਤ-ਬਹੁਤ ਸ਼ੁਕਰੀਆ ਸਿੱਧੂ ਸਾਹਿਬ। ਅਸੀਂ ਗੱਲਬਾਤ ਕਰ ਰਹੇ ਸੀ ਕੈਨੇਡਾ ਦੀ ਰੀਅਲ estate ਮਾਰਕੀਟ ਬਾਰੇ। ਉਮੀਦ ਕਰਦੇ ਹਾਂ ਕਿ ਅੱਜ ਦੇ ਪ੍ਰੋਗਰਾਮ ਤੋਂ ਆਪ ਨੂੰ ਕੋਈ ਜਾਣਕਾਰੀ ਜ਼ਰੂਰ ਮਿਲੀ ਹੋਵੇਗੀ। ਸੋ ਬਿਯੋਂਡ ਦਾ ਹੈਡਲਾਈਨਸ ਪ੍ਰੋਗਰਾਮ ਅੱਜ ਇੱਥੇ ਹੀ ਖਤਮ ਕਰਦੇ ਹਾਂ। ਸਾਰੇ ਹੀ ਸਾਡੇ ਪੰਜਾਬੀ ਨੈਸ਼ਨਲ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।